हेलो दोस्तों, लास्ट लैक्चर ਦੇ ਵਿੱਚ ਆਪਾਂ ਸੰਪੂਰਨ ਸੰਖਿਆਵਾਂ ਇੰਟੀਜ਼ਰਸ ਬਾਰੇ ਬੜਾ ਡਿਟੇਲ ਦੇ ਵਿੱਚ ਸਟੱਡੀ ਕੀਤੀ ਸੀ। ਆਪਾਂ ਦੇਖਿਆ ਸੀ ਕਿ ਆਪਣੇ ਕੋਲੇ ਧਨਾਤਮਕ ਤੇ ਰਿਣਾਤਮਕ ਦੋ ਸੰਖਿਆਵਾਂ ਹੁੰਦੀਆਂ, ਇੱਕ ਨੂੰ ਪਲੱਸ ਲੈ ਕੇ ਚੱਲਦੇ ਆ, ਰਿਣਾਤਮਕ ਨੂੰ ਆਪਾਂ ਮਾਈਨਸ ਲੈ ਕੇ ਚੱਲਦੇ ਆ। ਦੋ ਉਲਟੀਆਂ ਕਿਰਿਆਵਾਂ ਲੈਣ ਦੇਣ, ਇੱਕ ਪਲੱਸ ਇੱਕ ਮਾਈਨਸ, ਉੱਪਰ ਨੀਚੇ ਖੱਬੇ ਸੱਜੇ, ਉਹ ਸਾਰੇ ਨੂੰ ਆਪਾਂ ਮਾਈਨਸ ਨਾਲ ਦਰਸਾਉਂਦੇ ਸੀ ਤੇ ਥੋੜਾ ਬਹੁਤ ਆਪਾਂ ਸੰਖਿਆ ਰੇਖਾ ਬਾਰੇ ਗੱਲ ਕੀਤੀ ਸੀ। ਅੱਜ ਉਸੇ ਟੌਪਿਕ ਤੇ ਅੱਗੇ ਚੱਲਦੇ ਹੋਏ ਆਪਾਂ ਕੀ ਕਰਾਂਗੇ, ਸੰਪੂਰਨ ਸੰਖਿਆਵਾਂ ਦੀ ਕਰਮਬੱਧਤਾ ਬਾਰੇ ਗੱਲ ਕਰਾਂਗੇ। ਆਰਡਰ ਤੇ ਗੱਲ ਕਰਾਂਗੇ ਕਿ ਜੇ ਅਗਰ ਦੋ ਸੰਪੂਰਨ ਸੰਖਿਆਵਾਂ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਤਾਂ ਕਿਹੜੀ ਛੋਟੀ ਹੈ ਕਿਹੜੀ ਵੱਡੀ ਹੈ। ਤਾਂ ਇਸ ਨੂੰ ਸਭ ਤੋਂ ਪਹਿਲਾਂ ਆਪਣਾ ਸਭ ਤੋਂ ਵਧੀਆ ਤਰੀਕਾ ਜੋ ਹੈ ਆਪਾਂ ਸੰਖਿਆ ਰੇਖਾ ਦੀ ਸਹਾਇਤਾ ਦੇ ਨਾਲ ਹੀ ਕੀ ਕਰਾਂਗੇ, ਦਰਸਾਵਾਂਗੇ। ਆਪਾਂ ਸੰਖਿਆ ਰੇਖਾ ਬਾਰੇ ਗੱਲ ਕਰ ਚੁੱਕੇ ਹਾਂ। ਸੰਖਿਆ ਰੇਖਾ ਦੇ ਵਿੱਚ ਕੀ ਸੀ, ਆਪਾਂ ਇੱਕ ਸਿੱਧੀ ਰੇਖਾ ਬਣਾਉਂਦੇ ਸੀ, ਵਿਚਕਾਰ ਬਿਲਕੁਲ ਜ਼ੀਰੋ ਦਾ ਨਿਸ਼ਾਨ ਜੋ ਆਪਣਾ ਸੈਂਟਰ ਦਾ ਨਿਸ਼ਾਨ ਆਪਾਂ ਲੈ ਕੇ ਚੱਲਦੇ ਸੀ। ਸੱਜੇ ਪਾਸੇ ਪਲੱਸ ਦੀਆਂ ਸੰਖਿਆਵਾਂ 1 2 3 4 5 6 7 8 9 10 ਅੱਗੇ ਦੀ ਅੱਗੇ ਚੱਲਦਾ ਰਹਿੰਦਾ ਸੀ ਤੇ ਖੱਬੇ ਪਾਸੇ ਆਪਾਂ ਮਾਈਨਸ ਦੀਆਂ ਸੰਖਿਆਵਾਂ ਲੈ ਕੇ ਚੱਲਦੇ ਸੀ। -1 -2 -3 -4 -5। ਆਪਾਂ ਜੋ ਸੰਖਿਆਵਾਂ ਤੇ ਚਰਚਾ ਕੀਤੀ ਸੀ, ਜ਼ੀਰੋ ਦੇ ਖੱਬੇ ਪਾਸੇ ਆਪਣੇ ਕੋਲ ਕਿਹੜੀਆਂ ਸੰਖਿਆਵਾਂ ਨੇ, ਰਿਣਾਤਮਕ ਸੰਖਿਆਵਾਂ ਨੇ। ਜ਼ੀਰੋ ਦੇ ਸੱਜੇ ਪਾਸੇ ਆਪਣੇ ਕੋਲ ਕਿਹੜੀਆਂ ਸੰਖਿਆਵਾਂ ਨੇ, ਧਨਾਤਮਕ ਸੰਖਿਆਵਾਂ ਨੇ, ਜਿਹਨੂੰ ਆਪਾਂ ਪਲੱਸ ਦੀਆਂ ਸੰਖਿਆਵਾਂ ਬੋਲਦੇ ਸੀ ਤੇ ਰਿਣਾਤਮਕ ਨੂੰ ਆਪਾਂ ਮਾਈਨਸ ਦੀਆਂ ਸੰਖਿਆਵਾਂ ਬੋਲਦੇ ਸੀ। ਹੁਣ ਤੱਕ ਆਪਾਂ ਜਿਹੜੀਆਂ ਗੱਲਾਂ ਕਰਦੇ ਸੀ ਪਿਛਲੇ ਪਾਠਾਂ ਦੇ ਵਿੱਚ, ਪਿਛਲੇ ਅਧਿਆਏ ਦੇ ਵਿੱਚ ਆਪਾਂ ਕੁਦਰਤੀ ਤੇ ਪੂਰਨ ਸੰਖਿਆਵਾਂ ਦੀ ਗੱਲ ਕੀਤੀ ਸੀ। ਜਦੋਂ ਕੁਦਰਤੀ ਤੇ ਪੂਰਨ ਸੰਖਿਆਵਾਂ ਦੀ ਤੁਲਨਾ ਕਰਦੇ ਸੀ ਤਾਂ ਬੜੀ ਆਸਾਨੀ ਨਾਲ ਆਪਾਂ ਦੱਸ ਸਕਦੇ ਸੀ 5 9 ਕਿ ਇਹਨਾਂ ਦੇ ਵਿੱਚੋਂ ਅਗਰ ਵੱਡੇ ਦੀ ਗੱਲ ਕਰਾਂ ਕਿਹੜੀ ਸੰਖਿਆ ਵੱਡੀ ਹੈ, ਵੱਡੀ ਸੰਖਿਆ, ਤਾਂ ਆਪਾਂ ਆਸਾਨੀ ਨਾਲ ਦੱਸ ਦਿੰਦੇ ਸੀ ਜਿਹਦੀ ਕੀਮਤ ਜ਼ਿਆਦਾ ਹੈ ਉਹ ਸੰਖਿਆ ਵੱਡੀ ਹੁੰਦੀ ਸੀ। 12 7 ਇੱਥੇ ਆਪਣੇ ਕੋਲੇ 12 ਵੱਡਾ ਹੈ, 10 25 ਇੱਥੇ ਆਪਣੇ ਕੋਲ 25 ਵੱਡਾ ਹੈ, ਕਿਉਂਕਿ ਆਪਣੇ ਕੋਲੇ ਸਾਰੀਆਂ ਧਨਾਤਮਕ ਦੀਆਂ ਸੰਖਿਆਵਾਂ ਹੁੰਦੀਆਂ ਸੀ। ਪਰੰਤੂ ਹੁਣ ਆਪਣੇ ਕੋਲੇ ਕੀ ਆ ਗਈਆਂ, ਰਿਣਾਤਮਕ ਦੀਆਂ ਸੰਖਿਆਵਾਂ ਆ ਗਈਆਂ। ਤਾਂ ਇੱਥੇ ਕਿਤੇ ਨਾ ਕਿਤੇ ਆਪਣੇ ਦਿਮਾਗ 'ਚ ਉਲਝਣ ਹੁੰਦੀ ਹੈ। ਤਾਂ ਆਪਾਂ ਕੀ ਕਰਾਂਗੇ, ਆਪਾਂ ਸੰਖਿਆ ਰੇਖਾ ਦੀ ਸਹਾਇਤਾ ਨਾਲ ਪਹਿਲਾਂ ਉਹਨਾਂ ਤੇ ਗੱਲ ਕਰਾਂਗੇ, ਫਿਰ ਆਪਾਂ ਉਸ ਤੋਂ ਬਾਅਦ ਡਾਇਰੈਕਟ ਗੱਲ ਕਰਾਂਗੇ ਕਿ ਆਪਾਂ ਬਿਨਾਂ ਸੰਖਿਆ ਰੇਖਾ ਤੋਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਕੋਈ ਸੰਖਿਆ ਛੋਟੀ ਹੈ ਤੇ ਕਿਹੜੀ ਸੰਖਿਆ ਵੱਡੀ ਹੈ। ਆਓ ਆਪਾਂ ਪਹਿਲਾਂ ਉਦਾਹਰਨ ਲੈਂਦੇ ਹਾਂ। ਕੁਐਸਚਨ ਹੈ, ਕਿਹੜੀ ਸੰਖਿਆ ਵੱਡੀ ਹੈ। ਪਹਿਲਾ ਕੁਐਸਚਨ 5 -3। ਠੀਕ, ਸੰਖਿਆ ਰੇਖਾ ਬਣਾਓ, ਹੈ ਨਾ। ਵਿਚਾਲੇ ਆ ਗਿਆ ਜ਼ੀਰੋ ਦਾ ਨਿਸ਼ਾਨ, 5 ਦੇ ਅੱਗੇ ਕੋਈ ਨਿਸ਼ਾਨ ਨਹੀਂ ਹੈਗਾ ਤੇ ਆਪਾਂ ਗੱਲ ਕੀਤੀ ਸੀ ਅਗਰ 5 ਦੇ ਅੱਗੇ ਕੋਈ ਵੀ ਨਿਸ਼ਾਨ ਨਾ ਹੋਵੇ ਤਾਂ ਉਹਦਾ ਮਤਲਬ ਕੀ ਹੁੰਦਾ ਹੈ, +5, ਹੈ ਨਾ। 1 2 3 4 5 ਆ ਗਿਆ, ਆ 5 ਆ ਗਿਆ ਪਲੱਸ ਦਾ। ਦੂਜੀ ਸੰਖਿਆ ਆਪਣੇ ਕੋਲ ਕਿਹੜੀ ਹੈ, -3। 0 -1 -2 -3 ਦੂਜੀ ਸੰਖਿਆ ਹੀ ਹੈ ਨਾ ਆਪਣੇ ਕੋਲੇ, ਤਾਂ ਆ ਗਿਆ -3। ਲਾਸਟ ਆਪਾਂ ਲੈਕਚਰ 'ਚ ਗੱਲ ਕੀਤੀ ਸੀ ਕਿ ਸੰਖਿਆ ਰੇਖਾ ਤੇ ਅਗਰ ਆਪਾਂ ਦੋ ਸੰਖਿਆਵਾਂ ਲਵਾਂਗੇ, ਦਿਖਾਵਾਂਗੇ, ਦਰਸਾਵਾਂਗੇ ਤਾਂ ਉਹਨਾਂ ਦੇ ਵਿੱਚੋਂ ਸੱਜੇ ਪਾਸੇ ਵਾਲੀ ਸੰਖਿਆ ਕਿਹੜੀ ਹੋਣੀ ਹੈ, ਵੱਡੀ ਹੋਣੀ ਹੈ, ਤੇ ਖੱਬੇ ਪਾਸੇ ਵਾਲੀ ਸੰਖਿਆ ਕੀ ਹੋਣੀ ਹੈ, ਛੋਟੀ ਹੋਣੀ ਹੈ। ਆਪਾਂ ਵੱਡੀ ਸੰਖਿਆ ਲੈ ਕੇ ਚੱਲਣੀ ਹੈ ਤਾਂ ਸੱਜੇ ਪਾਸੇ ਕਿਹੜੀ ਸੰਖਿਆ, ਦੇਖੋ ਆ ਰਿਹਾ -3, ਆ ਰਿਹਾ 5, ਸੱਜੇ ਪਾਸੇ ਆਪਣੇ ਕੋਲ ਕੀ ਆ ਗਿਆ, 5 ਆ ਗਿਆ, ਤਾਂ ਇਹਦਾ ਮਤਲਬ ਕਿਹੜੀ ਸੰਖਿਆ ਵੱਡੀ ਹੈ, 5 ਸੰਖਿਆ ਵੱਡੀ ਹੈ। ਹੋਰ ਉਦਾਹਰਨ ਦੇਖੋ, -4 ਤੇ 2। ਸੰਖਿਆ ਰੇਖਾ ਤੇ ਦਰਸਾਓ। ਸਭ ਤੋਂ ਪਹਿਲਾਂ ਪੁਆਇੰਟ 0 ਲਗਾਓ। -4 ਇਧਰਲੇ ਪਾਸੇ ਹੈ, -1 -2 -3 -4। 2 ਦੇ ਅੱਗੇ ਕੋਈ ਨਿਸ਼ਾਨ ਨਹੀਂ ਹੈਗਾ, ਉਹਦਾ ਮਤਲਬ ਕੀ ਹੋ ਗਿਆ, +2 1 2।
ਤਾਂ ਕੀ ਹੋ ਗਿਆ, ਆਪਣੇ ਕੋਲੇ ਇੱਕ ਸੰਖਿਆ ਇੱਥੇ ਆ ਗਈ, ਇੱਕ ਸੰਖਿਆ ਇੱਥੇ ਆ ਗਈ, ਸੱਜੇ ਪਾਸੇ ਕਿਹੜੀ ਸੰਖਿਆ ਆ ਗਈ 2, ਤਾਂ ਇਹਦਾ ਮਤਲਬ 2 ਆਪਣੇ ਕੋਲ ਕੀ ਹੈ, ਵੱਡੀ ਹੈ। ਤਾਂ ਜਦੋਂ ਆਪਾਂ ਦੋ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਦਰਸਾਵਾਂਗੇ ਤਾਂ ਜਿਹੜੀ ਵੱਡੀ ਸੰਖਿਆ ਹੋਊਗੀ ਉਹ ਸੱਜੇ ਪਾਸੇ ਹੁੰਦੀ ਹੈ। ਅਗਲੀ ਉਦਾਹਰਨ ਦੇਖੋ, -4 -6, ਤਾਂ ਇੱਥੇ ਕੀ ਹੋ ਗਿਆ, ਵਿਚਾਲੇ ਆ ਗਿਆ 0। पहली संख्या की है -4, -1 -2 -3 -4, दूजी -6। हुण -6 किधर आना है, उधर ही आप फिर चलांगे, -5 -6। तो एक संख्या आ रही, दूसरी आ रही, आही है ना, -4 आ रही, -6 ए रही, तो सज्जे पासे किहड़ी आ गई अपने कोले -4। तो यदा मतलब -4 की है अपने कोल ਵੱਡੀ संख्या है। तो -4 की हो गया, ਵੱਡੀ संख्या होगी। होर उदाहरण देखो, आप अगली उदाहरण लेके चलते हैं, -4 ਅਤੇ 4, ठीक, संख्या रेखा विचकार आ गया 0, -4 -1 -2 -3 -4 खब्बे पासे, +4 हो जू सज्जे पासे, 1 2 3 4। एक संख्या आ रही, दूजी आ रही, सज्जे पासे केड़ी संख्या अपने कोले, आहा, तो यदा मतलब आ की होगी, वड्डी है। तो देखो ये गल क्लीयर है, जदों आपां कोई भी दो संख्यावां नूं संख्या रेखा ते दर्शावांगे तो सज्जे पासे वाली संख्या की होगी, वड्डी होगी, ते खब्बे पासे वाली संख्या की होगी, छोटी होगी। ये सी संख्या रेखा। देखो आपां हुण इत्थे की रिजल्ट कढिया, आपां एक रिजल्ट ते गल करदे हां, बिना संख्या रेखा तो तुसीं इस नूं किवें करोगे। मैं कुछ उदाहरण लिख रहा, -5, -1 0 -4 -3 -6 2 -6 -4 4 -1 6। मैं उरे 6 उदाहरण लेके चलिया। तो देखो केड़ी संख्या वड्डी होनी है, केड़ी। हुण तुसीं आपां संख्या रेखा ते कर चुके हैं, सोच के देखो दिमाग 'च, ये माइनस दी है, ये प्लस दी है ना। तो जो आप 0 ते दिखावांगे, माइनस दी किधर आऊगी, खब्बे पासे, प्लस वाली की आऊगी सज्जे पासे, है ना। तो यदा मतलब की है, प्लस वाली सज्जे पासे आऊगी, यदा मतलब आ संख्या की होगी, वड्डी, है ना। मैं उरे 5 नूं नहीं देखना अगे, क्योंकि माइनस का निशान है। तुसीं दिमाग 'च सोचो, जदों आपां इहनूं संख्या रेखा ते बनावांगे तो माइनस वाली चली गई खब्बे पासे, प्लस वाली चली गई सज्जे पासे, तो सज्जे पासे किहड़ी संख्या होगी, 1, है ना। इत्थे देखो, जदों आपां इहनूं संख्या रेखा ते दर्शावांगे, 0 आ गया बचाले, -4 चला गया खब्बे पासे, तो सज्जे पासे किहड़ा रह गया, दोहां चों आ रह गया। तो इसदा मतलब इत्थे की हो गया, 0 वड्डी है। -3 -6 नूं संख्या रेखा ते दर्शावांगे, 0 -1 -2 -3 -4 -5 -6, तो किहड़ी संख्या सज्जे पासे आऊगी, आह संख्या -3, है ना। यही सज्जे पासे आनी है ना। इन्हां च देखो, ए प्लस दी है 0 के सज्जे पासे, ए माइनस दी है 0 के खब्बे पासे, तो सज्जे पासे वाली संख्या अपनी की हुंदी है, वड्डी हुंदी है। इत्थे -4 0 के खब्बे पासे, +4 0 के सज्जे पासे, ਇਹਦਾ मतलब प्लस सज्जे पासे वाली संख्या की होगी, वड्डी होगी। -1 खब्बे पासे, प्लस सज्जे पासे, तो यह वड्डी होगी। तो फिर आप रिजल्ट की कढ़िया, सब तो इंपॉर्टेंट चीज़ आपां इहदे विच की रिजल्ट कढ़िया। हुण आपां उस ते गल करते हैं कि जदों आपां रिजल्ट की गल करते हैं तो देखो की कीता। सब तो पहला क्वेश्चन आपां की देखिया, क्योंकि आपां नूं पता है 0 के सज्जे पासे प्लस दियां धनात्मक संख्यावां हुंदियां ते 0 के खब्बे पासे की हुंदियां ने, ऋणात्मक संख्या हुंदी है। तो देखो पहला रिजल्ट की आ गया, हरेक धनात्मक संख्या
ਜਿਹੜੀ ਜ਼ੀਰੋ ਦੇ ਸੱਜੇ ਪਾਸੇ ਹੁੰਦੀ ਹੈ ਰਿਣਾਤਮਕ ਸੰਖਿਆ ਤੋਂ ਵੱਡੀ ਹੁੰਦੀ ਹੈ। ਤਾਂ ਪਹਿਲਾ ਰਿਜ਼ਲਟ ਜਦੋਂ ਇੱਕ ਪਲੱਸ ਦੀ ਆ ਗਈ ਸੰਖਿਆ ਇੱਕ ਮਾਈਨਸ ਦੀ ਆ ਗਈ ਤਾਂ ਇਹਦਾ ਮਤਲਬ ਕੀ ਹੈ ਪਲੱਸ ਵਾਲੀ ਸੰਖਿਆ ਹਮੇਸ਼ਾ ਵੱਡੀ ਹੋਣੀ ਹੈ। ਬਸ ਤੁਸੀਂ ਹੋਰ ਕੁਝ ਨਹੀਂ ਚੈੱਕ ਕਰਨਾ। ਉਦਾਹਰਨ -6 9 5 -8 -3 4 ਦੇਖੋ ਆ ਮਾਈਨਸ ਆ ਪਲੱਸ ਆ ਮਾਈਨਸ ਆ ਪਲੱਸ ਤਾਂ ਪਲੱਸ ਵਾਲੀ ਸੰਖਿਆ ਹਮੇਸ਼ਾ ਵੱਡੀ ਹੋਊਗੀ। ਬਸ ਦੂਜੀ ਗੱਲ ਸੋਚਣ ਦੀ ਜ਼ਰੂਰਤ ਨਹੀਂ। ਇਹ ਨਹੀਂ ਦੇਖਣਾ ਉਰੇ 8 ਜਾ ਰਿਹਾ ਉਰੇ 5 ਪਰ ਹੈ ਤਾਂ ਉਹ ਮਾਈਨਸ ਦਾ ਨਾ। ਤਾਂ ਹਰੇਕ ਧਨਾਤਮਕ ਸੰਖਿਆ ਰਿਣਾਤਮਕ ਸੰਖਿਆ ਤੋਂ ਕੀ ਹੁੰਦੀ ਹੈ ਵੱਡੀ ਹੁੰਦੀ ਹੈ। ਨੰਬਰ 2 0 0 ਹਰੇਕ ਧਨਾਤਮਕ ਸੰਖਿਆ ਤੋਂ ਛੋਟਾ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਜਦੋਂ ਆਪਾਂ ਸੰਖਿਆ ਰੇਖਾ ਬਣਾਉਂਦੇ ਆ ਆਪਾਂ 0 ਲੈਂਦੇ ਆ ਇੱਧਰ ਸਾਰੀਆਂ ਪਲੱਸ ਵਾਲੀਆਂ ਸੰਖਿਆਵਾਂ ਆ ਗਈਆਂ ਤਾਂ ਇਹਦਾ ਮਤਲਬ ਹਰੇਕ ਧਨਾਤਮਕ ਸੰਖਿਆ 0 ਦੇ ਸੱਜੇ ਪਾਸੇ ਆ ਗਈ ਤੇ ਜੇ 0 ਦੇ ਸੱਜੇ ਪਾਸੇ ਆ ਗਈ ਤਾਂ ਇਹਦਾ ਮਤਲਬ ਕੀ ਹੋ ਗਿਆ ਉਦੋਂ ਕੀ ਹੋ ਗਈ ਵੱਡੀ ਹੋ ਗਈ। ਉਦਾਹਰਨ ਦੇਖੋ ਤੁਸੀਂ ਕੋਈ ਵੀ ਧਨਾਤਮਕ ਸੰਖਿਆ ਲਓ ਤੇ 0 ਲੈ ਕੇ ਚੱਲੋ 0 5 6 0 10 0 ਤਾਂ ਕਲੀਅਰ ਹੈ ਜਿਹੜੀ ਧਨਾਤਮਕ ਵਾਲੀ ਸੰਖਿਆ ਹੈ ਉਹ ਸੰਖਿਆ ਰੇਖਾ ਦੇ ਕੀ ਆਣੀ ਹੈ ਸੱਜੇ ਪਾਸੇ ਆਣੀ ਹੈ ਤੇ ਉਹ ਕੀ ਹੋਣੀ ਹੈ ਉਹ ਇਸ ਤੋਂ ਵੱਡੀ ਹੋਣੀ ਹੈ। ਅਗਲੀ ਉਦਾਹਰਨ ਲੈ ਕੇ ਚੱਲਦੇ ਹਾਂ ਆਪਾਂ। ਤੀਜਾ ਰੂਲ ਕੀ ਹੋ ਗਿਆ 0 0 ਹਰੇਕ ਰਿਣਾਤਮਕ ਸੰਖਿਆ ਤੋਂ ਵੱਡਾ ਹੈ ਜਾਂ ਵੱਡਾ ਹੁੰਦਾ ਹੈ ਜਾਂ ਵੱਡੀ ਹੈ। ਕਿਉਂ? ਕਿਉਂਕਿ ਜਦੋਂ ਆਪਾਂ ਸੰਖਿਆ ਰੇਖਾ ਦੀ ਗੱਲ ਕਰਾਂਗੇ 0 ਆ ਗਿਆ ਵਿਚਾਲੇ ਰਿਣਾਤਮਕ ਸੰਖਿਆਵਾਂ ਸਾਰੀਆਂ ਖੱਬੇ ਹੱਥ ਨੇ ਉਸ ਤੋਂ ਸਾਰੀਆਂ ਕੀ ਨੇ ਖੱਬੇ ਹੱਥ ਨੇ ਤਾਂ ਇਹਦਾ ਮਤਲਬ ਕੀ ਹੋ ਗਿਆ ਜਿਹੜਾ 0 ਹੈ 0 ਕੀ ਹੋ ਗਿਆ ਸੱਜੇ ਪਾਸੇ ਤਾਂ 0 ਹਰੇਕ ਰਿਣਾਤਮਕ ਸੰਖਿਆ ਤੋਂ ਕੀ ਹੋ ਗਿਆ ਵੱਡਾ। ਉਦਾਹਰਨ 0 -4 -5 0 -15 0 ਤਾਂ ਜਦੋਂ 0 ਤੇ ਮਾਈਨਸ ਵਾਲਾ ਆ ਗਿਆ ਵੱਡੀ ਸੰਖਿਆ ਹਮੇਸ਼ਾ ਕੀ ਹੋਣੀ ਹੈ 0 ਹੀ ਹੋਣੀ ਹੈ। ਹੁਣ ਆਪਾਂ ਅਗਲੇ ਤੇ ਚੱਲਦੇ ਹਾਂ। ਚੌਥੇ ਦੇ ਵਿੱਚ ਕੀ ਹੈ ਕਿਉਂਕਿ ਦੇਖੋ ਇੱਕ ਪਲੱਸ ਦੀ ਇੱਕ ਮਾਈਨਸ ਦੀ ਹੈ ਗੱਲ ਕਲੀਅਰ ਹੋ ਗਈ ਪਲੱਸ ਵਾਲੀ ਹਮੇਸ਼ਾ ਵੱਡੀ ਹੋਊਗੀ। ਅਗਰ ਇੱਕ 0 ਹੈ ਇੱਕ ਪੋਜ਼ਿਟਿਵ ਹੈ ਪਲੱਸ ਵਾਲੀ ਹੈ ਪਲੱਸ ਵਾਲੀ ਵੱਡੀ ਹੋਣੀ ਹੈ। ਇੱਕ ਮਾਈਨਸ ਹੈ 0 ਹੈ 0 ਵੱਡੀ ਹੋਣੀ ਹੈ। ਚੌਥਾ ਜੇ ਦੋ ਰਿਣਾਤਮਕ ਸੰਖਿਆਵਾਂ ਹੋਣ ਜੇ ਦੋ ਰਿਣਾਤਮਕ ਸੰਖਿਆਵਾਂ ਹੋਣ ਤਾਂ 0 ਤੋਂ ਨੇੜੇ ਵਾਲੀ ਜਾਂ 0 ਦੇ ਨੇੜੇ ਵਾਲੀ ਸੰਖਿਆ ਵੱਡੀ ਹੁੰਦੀ ਹੈ। ਦੇਖੋ -5 -9 -8 -2 -15 -4 ਇਹ -5 ਦਾ ਮਤਲਬ 0 ਤੋਂ 5 ਕਦਮ ਖੱਬੇ 9 ਕਦਮ ਖੱਬੇ ਤਾਂ 0 ਤੋਂ ਨੇੜੇ ਕਿਹੜੀ ਹੈ ਆ ਹੈ ਨਾ ਖੱਬੇ ਆ ਨੇੜੇ ਹੈ ਨਾ ਤਾਂ ਇਹ ਵੱਡੀ ਹੋਣੀ ਹੈ। ਇਹ 0 ਤੋਂ 8 ਕਦਮ ਖੱਬੇ ਇਹ 2 ਕਦਮ ਖੱਬੇ ਆ ਜ਼ਿਆਦਾ ਨੇੜੇ ਹੈ ਠੀਕ। -15 -4 ਇਹ 15 ਕਦਮ ਇਹ 4 ਕਦਮ ਤਾਂ ਇਹ ਹੈ। ਤਾਂ ਇਹਦਾ ਮਤਲਬ ਕੀ ਹੋ ਗਿਆ ਜਦੋਂ ਦੋਨੇ ਰਿਣਾਤਮਕ ਨੇ ਦੋਨੇ ਸੰਖਿਆਵਾਂ ਮਾਈਨਸ ਦੀਆਂ ਨੇ ਤਾਂ ਮਾਈਨਸ ਦੇ ਨਿਸ਼ਾਨ ਦੇ ਨਾਲ ਜਿਹੜੀ ਸੰਖਿਆ ਛੋਟੀ ਹੋਊਗੀ ਅਸਲ 'ਚ ਉਹ ਵੱਡੀ ਹੁੰਦੀ ਹੈ ਨਾ। ਦੋਨੋਂ ਸੰਖਿਆਵਾਂ ਜਦੋਂ ਮਾਈਨਸ ਦੀਆਂ ਨੇ ਤਾਂ ਮਾਈਨਸ ਦੇ ਨਿਸ਼ਾਨ ਦੇ ਨਾਲ ਜਿਹੜੀ ਸਹੀ ਕੀਮਤ ਹੋਣੀ ਹੈ ਪੂਰੀ ਕੀਮਤ ਹੋਣੀ ਹੈ ਛੋਟੀ ਕੀਮਤ ਵਾਲੀ ਹਮੇਸ਼ਾ ਕੀ ਹੋਊਗੀ ਵੱਡੀ ਹੋਊਗੀ। ਤਾਂ ਇਹ ਤਾਂ ਸੀ ਇਹਨਾਂ ਦੀ ਕ੍ਰਮਬੱਧਤਾ ਕਿ ਅਗਰ ਦੋ ਸੰਖਿਆਵਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਛੋਟੀ ਤੇ ਵੱਡੀ ਨੂੰ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ।
दोबारा मैं कुछ उदाहरण लेके चलदा ताकि थोड़ा जा जिहड़े रूल्स ने ऑब्जरवेशनस ने उन्होंने आपां क्लीयर कर सकीए। अपने कोल की है हम -6 -8 -5 5 7 -9 -12 0 7 0 -8 -2 -9 1 -15 -8 0 -12 -100 0 -150 2 -2 160। तो मैं इत्थे कुछ उदाहरण लई है। हुण इन्हां दे विच्चों आपां गल करनी है किहड़ी संख्या वड्डी है। पहले पार्ट दोने माइनस दियां ने, चौथा रूल आ गया, दोने माइनस दियां ने। आह 0 के 6 कदम खब्बे है, ये 0 के 8 कदम खब्बे है, तो नेड़े किहड़ी होगी? आ होगी। तो यदा मतलब वड्डी किहड़ी होगी? ये माइनस दे विच 1 -1 प्लस हमेशा प्लस वाली वड्डी, आ प्लस आ माइनस हमेशा प्लस वाली वड्डी है ना। ए माइनस आ 0 तो अपने कोल की वड्डा होना? हमेशा 0 वड्डी होनी है। 7 + 0 इत्थे किहड़ा वड्डा होना? क्योंकि ये प्लस दी है। -8 -2 0 तो 8 कदम खब्बे, 0 तो 2 कदम खब्बे, किहड़ी 0 के नेड़े है? आ है। तो इसका मतलब -2 आ माइनस आ प्लस प्लस वाली वड्डी, दोने माइनस दियां ने। दूजी गल जिहड़ी आपां कीती सी, यह -15 ये -8 है, तो दोने माइनस दे विच जिहड़ी माइनस दे नाल छोटी संख्या की कीमत होनी है वह आ गई। 0 ते -12 0 वड्डी, आ माइनस दी आ 0 0 वड्डी, आ माइनस आ प्लस प्लस वाली वड्डी। देखो चाहे उरे 150 है चाहे 2 है, वड्डी हमेशा प्लस वाली होनी है। क्यों? क्योंकि 0 तो 2 सज्जे पासे आना, एक खब्बे पासे आना। -2 160 किहड़ी वड्डी आ गई? आ गई। तो यह सी दो संपूर्ण संख्या दा विच तुलना करनी, छोटी ते वड्डी संख्या का पता करना। हुण अगला क्वेश्चन, -5 अते 2 विचकार संपूर्ण संख्यावां लिखो। -5 अते 2 विचकार संपूर्ण संख्यावां लिखो। संख्या रेखा बनाई, आ रहा 0 -5 -1 -2 खब्बे पासे आना, -3 आ गया -5 2 दे अगे कोई भी निशान नहीं हैगा, तो जो कोई भी निशान अगे ना होवे तो की हुंदा है +2 1 2 आ गया। हुण इहदे विचकार किहड़ियां संख्यावां ने जो इहदे विचकार ने? -4 -3 -2 -1 0 ते 1। तो की आ गया आंसर? -4 -3 -2 -1 0 अते 1। होर उदाहरण आपां लेके चलते हैं। -3 अते 6 विचकार संपूर्ण संख्यावां लिखो। तो पहला इन्हों की करो, दर्शाओ। सब तो पहला की आऊगा? 0 -3 -1 -2 -3 +6 1 2 3 4 5 6। तो एक संख्या आ रही, दूसरी आ रही, बचाले किहड़ियां किहड़ियां आ गईयां? -2 -1 0 1 2 3 4 अते 5। एक उदाहरण आप होर लेके चलते हैं। इसकी क्वेश्चन है -2 अते -8 विचकार
संपूर्ण संख्यावां लिखो। आ रहा 0, -2 -1 -2। हुण -8 है, ये किधर आना है, फिर आप इधर चलांगे -3 -4, इनू आप होर वधावांगे -5 -6 -7 -8। तो एक संख्या आ गई, दूजी संख्या आ गई, तो विचकार संख्या किहड़ियां-किहड़ियां, -7 -6 -5 -4 ਅਤੇ -3। ਤਾਂ ਇਸ ਤਰੀਕੇ ਦੇ ਨਾਲ ਦੋ ਸੰਪੂਰਨ ਸੰਖਿਆਵਾਂ ਦੇ ਵਿੱਚ ਆਪਾਂ ਸੰਪੂਰਨ ਸੰਖਿਆਵਾਂ ਲੱਭ ਸਕਦੇ ਹਾਂ। ਜੋ ਸੰਖਿਆ ਰੇਖਾ ਹੈ ਨਾ ਦੋਸਤੋ, ਸੰਖਿਆ ਰੇਖਾ ਬਹੁਤ ਕੰਮ ਆਉਂਦੀ ਹੈ। ਤੁਸੀਂ ਤੁਲਨਾ ਕਰਨੀ ਹੈ, ਤੁਸੀਂ ਜੋੜ ਘਟਾ ਕਰਨਾ, ਆਪਾਂ ਅੱਗੇ ਕਿਉਂਕਿ ਗੱਲ ਕਰਾਂਗੇ, ਤਾਂ ਸੰਖਿਆ ਰੇਖਾ ਬੜੀ ਕੰਮ ਆਉਂਦੀ ਹੈ। ਹੁਣ ਦੇਖੋ ਅਗਲਾ ਕੁਐਸਚਨ ਜੋ ਮੈਂ ਗੱਲ ਕਰ ਰਿਹਾ, ਵਾਧੇ ਕ੍ਰਮ ਵਿੱਚ ਲਿਖੋ। वाधे क्रम विच लिखो -5 1 -8 2 3। आपां इत्थे कुछ संख्यावां लिखियां ने, तो तुसीं की करना है, इनू पहला संख्या रेखा ते दर्शाओ। इत्थे आ गया 0 है ना, केड़ी केड़ी संख्या शुरू तो लग जाओ। -5 किधर आना, इधर -1 -2 -3 -4 -5। एक संख्या आपां नूं आ गई, आ चाहिए, दूजी भी आ गई। हुण -8 किधर होना है, इधर होना है -6 -7 -8, तीसरी भी आ गई ना। उस तो बाद आपां नूं 2 चाहिए, 2 भी आ गया। हुण आपां नूं 3 चाहिए, 3 भी आ गया। तो जिथे मैं तीर लगाया है, ये 5 संख्यावां अपने कोले आ चुकी हैं। वाधे क्रम च लिखना है। आपां वैरी स्टार्टिंग च गल कीती सी, पिछले लैक्चर च भी गल कीती सी, खब्बे तो सज्जे संख्या रेखा ते वाधे क्रम हुंदा है ना। बस इत्थों शुरू कर दो, -8 -5 1 2 3। तो यह संख्यावां की हो गई, वाधे क्रम दे विच हो गई। होर उदाहरण लैने आपां। हुण मैं संख्यावां ले रहा -6 2 -3 0 -1। संख्या रेखा 0। सब तो पहला आपां नूं की चाहिए, -6 -1 -2 -3 -4 -5 -6। एक संख्या आ गई, 2 चाहिए, 2 दे लई की करांगे, 1 2 2 भी मिल गया। -3 आ रहा, ये अपने को ऑलरेडी आ चुके हैं। 0 ये भी आ चुके हैं, -1 ये भी आ चुके हैं। तो 5 आपां तीर लगाते। हुण आपां नूं की चाहिए, वाधे क्रम दे विच। तां वाधे क्रम दे लई की करांगे, इत्थों चलांगे खब्बे तो सज्जे, -6 -3 -1 0 2। तो अपने को की आंसर आ गया, -6 -3 -1 0 अते 2। वाधे क्रम च लिखो। कुछ उदाहरण मैं होर ले रहा, -9 -5 -12 0 -3। हुण मैं आ संख्या मान लिया, संख्या रेखा आ रही 0। सब तो पहला आपां नूं की चाहिए, -9, एक इधरली साइड होना है, खब्बे पासे -1 -2 -3 -4 -5 -6 7 -8 आ गया जी। फिर चाहिए -5, ये ऑलरेडी आप लै चुके हैं। हुण चाहिए -12, फिर खब्बे चलांगे, -10 -11 -12 है ना। फिर चाहिए 0 आ रहा, एक चाहिए -3 आ रहा। तो फिर वाधे क्रम की हो गया, खब्बे तो सज्जे, -12 -9 -5 -3 अते 0। हुण मैं उल्टा गल कर रहा। हुण आपां गल करांगे घटदे क्रम च। घटदे क्रम विच लिखो।
-5 3 -4 0 -1। ਤਾਂ ਆਪਾਂ ਕੀ ਕਰਨਾ ਹੈ ਘੱਟ ਦੇ ਕ੍ਰਮ 'ਚ? ਸਭ ਤੋਂ ਪਹਿਲਾਂ ਸੰਖਿਆ ਰੇਖਾ ਆ ਗਈ 0, ਆਪਾਂ ਨੂੰ -5 ਚਾਹੀਦਾ ਹੈ। -1 -2 -3 -4 -5 ਆ ਗਿਆ। 3 ਚਾਹੀਦਾ ਹੈ, 3 ਕਿੱਥੇ ਹੋਣਾ ਸੱਜੇ ਪਾਸੇ, 1 2 3, 3 ਵੀ ਆ ਗਿਆ। -4 ਆਪਾਂ ਆਲਰੇਡੀ ਲੈ ਚੁੱਕੇ ਹਾਂ, 0 ਆਪਾਂ ਆਲਰੇਡੀ ਲੈ ਚੁੱਕੇ ਹਾਂ, -1 ਆਪਾਂ ਆਲਰੇਡੀ ਲੈ ਚੁੱਕੇ ਹਾਂ। ਤਾਂ ਘੱਟ ਦੇ ਕ੍ਰਮ ਲਈ ਕੀ ਕਰਦੇ ਸੀ ਫਿਰ ਆਪਾਂ? ਦੇਖੋ ਵਾਧੇ ਕ੍ਰਮ ਦੀ ਖਾਸੀਅਤ ਕੀ ਸੀ? ਖੱਬੇ ਤੋਂ ਸੱਜੇ। ਸੰਖਿਆ ਰੇਖਾ ਦੇ ਵਾਧੇ ਕ੍ਰਮ ਦੀ ਖਾਸੀਅਤ ਕੀ ਸੀ? ਖੱਬੇ ਤੋਂ ਸੱਜੇ। ਤੇ ਘੱਟ ਦੇ ਕ੍ਰਮ ਦੀ ਕੀ ਖਾਸੀਅਤ ਹੈ? ਸੱਜੇ ਤੋਂ ਖੱਬੇ। ਹੁਣ ਸੱਜੇ ਤੋਂ ਆਪਣੇ ਕੋਲ ਦੇਖੋ ਕਿਹੜੇ ਕਿਹੜੇ ਸੰਖਿਆਵਾਂ ਨੇ, ਚੈੱਕ ਕਰਕੇ ਦੇਖੋ। 3 0 -1 -4 -5। ਇਹ ਕੀ ਹੋ ਗਏ? ਘੱਟ ਦੇ ਕ੍ਰਮ। ਦੇਖੋ ਸਿਰਫ ਆਹ ਚੀਜ਼ ਯਾਦ ਰੱਖਣੀ ਹੈ, ਕਿੰਨਾ ਫਾਇਦਾ ਹੋ ਰਿਹਾ ਸੰਖਿਆ ਰੇਖਾ ਦਾ। ਕੁਝ ਹੋਰ ਐਕਸਟਰਾ ਕੁਝ ਵੀ ਯਾਦ ਨਹੀਂ ਰੱਖਣਾ, ਸਿਰਫ ਤੇ ਸਿਰਫ ਆਪਾਂ ਨੂੰ ਸੰਖਿਆ ਰੇਖਾ ਦੇ ਰੂਲਸ ਬਾਰੇ ਪਤਾ ਹੋਣਾ ਚਾਹੀਦਾ ਹੈ। ਆਪਾਂ ਘੱਟ ਦੇ ਕ੍ਰਮ ਦੀ ਇੱਕ ਉਦਾਹਰਨ ਹੋਰ ਲੈ ਕੇ ਚੱਲਦੇ ਹਾਂ। -2 -3 1 -5 4। ਠੀਕ। 0 -2 ਚਾਹੀਦਾ, -1 -2 ਆ ਗਿਆ। -3 ਚਾਹੀਦਾ, ਲਓ ਜੀ ਆ ਗਿਆ। 1 ਪਲੱਸ ਦਾ ਸੱਜੇ ਪਾਸੇ ਆ ਗਿਆ। -5 ਹੋਰ ਅੱਗੇ ਜਾਵਾਂਗੇ, -4 -5 ਆ ਚੁੱਕਿਆ। 4 ਸੱਜੇ ਪਾਸੇ, 2 3 4 ਹੈ ਨਾ। ਹੁਣ ਆਪਾਂ ਨੇ ਕੀ ਕਰਨਾ ਇਹਨੂੰ ਘੱਟ ਦੇ ਕ੍ਰਮ ਦੇ ਵਿੱਚ, ਤੇ ਘੱਟ ਦੇ ਕ੍ਰਮ ਦੇ ਵਿੱਚ ਕੀ ਕਰਨਾ ਹੈ ਆਪਾਂ? ਸੱਜੇ ਤੋਂ ਖੱਬੇ ਜਾਣਾ ਹੈ। ਤਾਂ ਸੱਜੇ ਸੰਖਿਆ ਦੇਖੋ ਕਿਹੜੀ ਆ ਗਈ? ਪਹਿਲਾਂ 4, ਫਿਰ 1, ਫਿਰ -2 -3 -5। 4 1 -2 -3 -5। ਤਾਂ ਇਸ ਤਰੀਕੇ ਦੇ ਨਾਲ ਆਪਾਂ ਸੰਪੂਰਨ ਸੰਖਿਆਵਾਂ ਦੀ ਕ੍ਰਮਬੱਧਤਾ ਤੇ ਗੱਲ ਕਰਦੇ ਹਾਂ। ਦੋ ਸੰਖਿਆਵਾਂ ਕਿਹੜੀ ਛੋਟੀ ਹੈ ਕਿਹੜੀ ਵੱਡੀ ਹੈ ਉਸ ਬਾਰੇ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ। ਘੱਟ ਦੇ ਵਾਧੇ ਕ੍ਰਮ 'ਚ ਗੱਲ ਕਰਦੇ ਹਾਂ, ਉਹਨਾਂ ਦੇ ਵਿਚਕਾਰ ਸੰਖਿਆਵਾਂ ਦੀ। ਤਾਂ ਸਿਰਫ ਸੰਖਿਆ ਰੇਖਾ ਦੀ ਸਹਾਇਤਾ ਨਾਲ ਆਪਾਂ ਨੂੰ ਬੜੀ ਆਸਾਨੀ ਨਾਲ ਕਰ ਸਕਦੇ ਹਾਂ। ਤਾਂ ਇਹ ਹੋ ਗਿਆ ਦੋਸਤੋ ਆਪਣਾ ਅੱਜ ਦਾ ਟੌਪਿਕ। ਥੈਂਕ ਯੂ।